देखो कि उन्होंने उत्ते 307 तक की धारा लाई आ उस 23 साल की कुड़ी के उत्ते जो सिर्फ अंदोलन दे विच हिस्सा लै रही सी उन्होंने हिरासत दे विच इलीगल डिटेन करके रखा गया। हिरासत दे विच जिहड़ा हैगा आ उहदे नाल जिनसी शोषण तक किया गया, सैक्शुअल हैरासमेंट उहदी जिहड़ी आ पुलिस वालियां वल्लों पुलिस हुंदी आ। पुलिस दा फर्ज हुंदा आ कि ਉਹ ਜਦੋਂ ਕਿਸੇ ਬੱਚੀ ਦੇ ਨਾਲ ਜਾਂ ਕਿਸੇ ਬੱਚੇ ਦੇ ਨਾਲ ਜਿਨਸੀ ਸ਼ੋਸ਼ਣ ਹੁੰਦਾ ਹੈ, ਕਿਉਂਕਿ ਮੈਂ ਖਾਸ ਤੌਰ ਤੇ ਚਾਈਲਡ ਅਬਿਊਜ਼ ਦੇ ਅਗੇਂਸਟ ਫਾਈਟ ਕਰਦੀ ਆ, ਤਾਂ ਉਹਨਾਂ ਦਾ ਫਰਜ਼ ਹੁੰਦਾ ਆ ਕਿ ਉਹ ਮੁਜਰਮਾਂ ਨੂੰ ਸਜ਼ਾ ਦਿਵਾਵੇ। ਪਰ ਕਹਿੰਦੇ ਜਦੋਂ ਬਾੜੀ ਖੇਤ ਨੂੰ ਖਾਣ ਲੱਗ ਜੇ ਤਾਂ ਫਿਰ ਕਿਹਦੇ ਕੋਲ ਜਾਈਏ। उस बच्ची नूं 14 दिनों तक लगातार जिहड़ा हैगा आ जिनसी शोषण का शिकार बनाया। हुण उन्हां दे नाल की होना चाहिदा आ ये तुसीं आप देख लो। 12 जनवरी नूं ਸਿੰਘੂ कुंडली बार्डर तो एक लड़की नौदीप कौर नूं पुलिस दे वल्लों चुक्या जाता है। उस तो बाद खबरां आउंदियां ने कि जेल दे विच उस दे नाल तशद्दद हो रहा है, उत्थे उस नाल रेप हो रहा है, बलात्कार हो रहा है। उन्हां दी अंदर की स्थिति हैगी है, केस कित्थों तक पहुंचिया है, गलबात करांगे एडवोकेट सिमरनजीत कौर गिल नाल। मैडम मैं तुहाडे तो जानना चाहना, नौदीप जो लड़की चुकी गई सी हरियाणा पुलिस के वलों कुंडली बार्डर के उत्तों 12 जनवरी ਨੂੰ ਚੁੱਕਿਆ ਗਿਆ ਸੀਗਾ। ਹੁਣ ਤੱਕ ਦੀ ਰਿਪੋਰਟਾਂ ਵਿੱਚ ਕੀ ਕੁਝ ਪਤਾ ਲੱਗਿਆ ਕਿ ਕਿਉਂ ਚੁੱਕਿਆ ਗਿਆ ਪੁਲਿਸ ਨੇ ਇਹਨਾਂ ਨੂੰ ਤੇ ਕੀ ਧਰਾਵਾਂ ਲਾਈਆਂ ਉਹਨਾਂ ਉੱਤੇ? ਪੁਲਿਸ ਨੇ ਤੁਸੀਂ ਦੇਖੋ ਕਿ ਉਹਨਾਂ ਦੇ ਉੱਤੇ 307 ਤੱਕ ਦੀ ਧਾਰਾ ਲਾਈ ਆ ਉਸ 23 ਸਾਲ ਦੀ ਕੁੜੀ ਦੇ ਉੱਤੇ ਜੋ ਸਿਰਫ ਅੰਦੋਲਨ ਦੇ ਵਿੱਚ ਹਿੱਸਾ ਲੈ ਰਹੀ ਸੀ, ਇੱਕ ਆਪਦੀ ਆਵਾਜ਼ ਬੁਲੰਦ ਕਰ ਰਹੀ ਸੀਗੀ ਗਲਤ ਦੇ ਜ਼ੁਲਮ ਦੇ ਖਿਲਾਫ, ਗਲਤ ਦੇ ਖਿਲਾਫ। ਤੇ ਉਹ ਇੰਨਾ ਹੀ ਨਹੀਂ, ਉਹਨੂੰ ਹਿਰਾਸਤ ਦੇ ਵਿੱਚ ਇਲੀਗਲ ਡਿਟੇਨ ਕਰਕੇ ਰੱਖਿਆ ਗਿਆ ਤੇ ਉਹਦੇ ਤੇ 3 FIR ਕੀਤੀਆਂ ਨੇ ਤੇ ਅਲੱਗ-ਅਲੱਗ ਮਤਲਬ ਘਿਨੌਣੇ ਜੁਰਮਾਂ ਦੀਆਂ। ਤੇ ਉਹਦਾ ਅੰਦਰ ਹਿਰਾਸਤ ਦੇ ਵਿੱਚ ਜਿਹੜਾ ਹੈਗਾ ਆ ਉਹਦੇ ਨਾਲ ਜਿਨਸੀ ਸ਼ੋਸ਼ਣ ਤੱਕ ਕੀਤਾ ਗਿਆ, ਸੈਕਸ਼ੂਅਲ ਹੈਰਾਸਮੈਂਟ ਉਹਦੀ ਜਿਹੜੀ ਆ ਪੁਲਿਸ ਵਾਲਿਆਂ ਵੱਲੋਂ ਜੇਲ੍ਹ ਵਾਲਿਆਂ ਵੱਲੋਂ ਹੋਈ ਆ। ਜੋ ਉਹਨਾਂ ਦਾ ਆਪਣੇ ਐਡਵੋਕੇਟ ਚੀਮਾ ਸਾਹਿਬ ਨੇ ਹਾਈ ਕੋਰਟ ਦੇ, ਉਹ ਉਹਨਾਂ ਦੇ ਲਾਇਰ ਨੇ, ਉਹ ਉਹਨਾਂ ਦੇ ਕੇਸ ਨੂੰ ਡੀਲ ਕਰ ਰਹੇ ਨੇ। ਹੁਣ ਤੱਕ ਜਿਹੜੀ ਤੁਸੀਂ ਦੱਸਿਆ ਕਿ ਅੰਦਰ ਉਹਨਾਂ ਨਾਲ ਤਸ਼ੱਦਦ ਆਇਆ ਜਾ ਰਿਹਾ ਤੇ ਗੱਲਬਾਤ ਜੋ ਹੋਈ ਹੈ, ਪੁਲਿਸ ਨੇ ਉਹਨਾਂ ਨੂੰ ਕਿਸ ਹਾਲਾਤ ਦੇ ਵਿੱਚ ਚੁੱਕਿਆ ਸੀ, ਕਿਉਂ ਚੁੱਕਿਆ ਸੀ, ਉਸ ਟਾਈਮ ਕੀ ਕਰ ਰਹੇ ਸੀ ਉਹ? ਜਿਵੇਂ ਅਸੀਂ ਸਾਰੇ ਜਾਣੇ ਪ੍ਰੋਟੈਸਟ ਕਰਦੇ ਆ, ਸ਼ੀ ਵਾਸ ਜਸਟ ਪ੍ਰੋਟੈਸਟਿੰਗ। ਇਹਨਾਂ ਨੂੰ ਇੱਥੋਂ ਹੀ ਸਿੰਘੂ ਬਾਰਡਰ ਤੋਂ, ਇੱਥੋਂ ਕੁੰਡਲੀ ਬਾਰਡਰ ਤੋਂ ਹੀ ਚੁੱਕਿਆ ਗਿਆ ਸੀਗਾ। ਗੱਲ ਹੈਗੀ ਆ ਕਿ ਉਹਦਾ ਪੂਰਾ ਪਰਿਵਾਰ ਆ ਜਿਹੜਾ, ਉਹਦੀ ਸਿਸਟਰ ਅੱਜ ਵੀ ਇੱਥੇ ਆ ਰਾਜਵੀਰ ਕੌਰ, ਉਹਦਾ ਦਾ ਪੂਰਾ ਪਰਿਵਾਰ ਆ ਜਿਹੜਾ ਉਹ ਅੰਦੋਲਨ ਦੇ ਵਿੱਚ ਆ। ਉਹ ਸ਼ੁਰੂ ਤੋਂ ਹੀ ਕਿਰਤੀਆਂ ਕਾਮਿਆਂ ਕਿਸਾਨਾਂ ਦੀ ਮਜਲੂਮਾਂ ਦੀ ਆਵਾਜ਼ ਆ ਜਿਹੜੀ ਉਹਦੇ ਲਈ ਬੁਲੰਦ ਕਰਦੀ ਰਹੀ ਆ। ਤੇ ਇਸ ਕਰਕੇ ਸਿਰਫ ਉਹਦਾ ਇਹੀ ਜੁਰਮ ਆ ਕਿ ਉਹ ਸੱਚ ਬੋਲਦੀ ਆ, ਸੱਚ ਬੋਲਣ ਦੇ ਕਰਕੇ ਉਹਦੇ ਨਾਲ ਇਹ ਸਾਰਾ ਕੁਝ ਹੋਇਆ। ਉਹਦਾ ਇੱਕ ਰੀਜ਼ਨ ਇਹ ਵੀ ਲਾ ਲਓ ਕਿ ਕਿਤੇ ਨਾ ਕਿਤੇ ਉਹ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਇਹ ਡਰਾਉਣ ਦੀ ਕੋਸ਼ਿਸ਼ ਆ ਕਿ ਇਹੋ ਜੇ ਤੁਸੀਂ ਅੰਦੋਲਨ 'ਚ ਹਿੱਸਾ ਲਓਗੇ, ਜੇ ਤੁਸੀਂ ਸੱਚ ਬੋਲੋਗੇ ਤਾਂ ਤੁਹਾਡੇ ਨਾਲ ਇਹ ਚੀਜ਼ ਹੋ ਸਕਦੀ ਆ। ਤੁਸੀਂ ਵੀ ਬੜੇ ਦੇਰ ਦਾ ਇਸ ਅੰਦੋਲਨ ਦਾ ਹਿੱਸਾ ਬਣੇ ਹੋਏ ਹੋ। ਇੱਕ ਲੜਕੀ ਉਹ ਵੀ ਹੈ 23 ਸਾਲ ਦੀ ਜਿਸ ਦੇ ਜੇਲ੍ਹ ਵਿੱਚ ਗਈ, ਉਸ ਨੂੰ ਪੁਲਿਸ ਚੁੱਕ ਕੇ ਲੈ ਗਈ, ਤਸ਼ੱਦਦ ਆਇਆ ਜਾ ਰਿਹਾ। ਉਸ ਤੋਂ ਬਾਅਦ ਹੁਣ ਤੁਸੀਂ ਕੀ ਮਹਿਸੂਸ ਕਰ ਰਹੇ ਹੋ? ਤੁਸੀਂ ਆਪੇ ਖੁਦ ਕਿਹਾ ਕਿ ਲੜਕੀਆਂ ਨੂੰ ਡਰਾਉਣ ਦੀ ਕੋਸ਼ਿਸ਼ ਹੈ, ਕਿ ਤੁਹਾਨੂੰ ਡਰ ਲੱਗ ਰਿਹਾ ਉਸ ਤੋਂ ਬਾਅਦ ਕਿ ਨਹੀਂ? ਨਹੀਂ, ਨੌਦੀਪ ਸਾਡੀ ਸਾਰਿਆਂ ਦੀ ਪ੍ਰੇਰਨਾ ਸਰੋਤ ਆ, ਉਹ ਸਾਡੀ ਛੋਟੀ ਭੈਣ ਆ, ਸਾਨੂੰ ਉਹਦੇ ਤੇ ਮਾਣ ਆ, ਸਾਨੂੰ ਉਹਦੇ ਜਿਗਰੇ ਤੇ ਮਾਣ ਆ। ਉਹਦੀ, ਮੈਂ ਆਪਣੀ ਦਾ ਛੱਡੋ, ਤੁਸੀਂ ਉਹਦੀ ਸਕੀ ਭੈਣ ਅੱਜ ਵੀ ਅੰਦੋਲਨ ਦੇ ਵਿੱਚ ਆ। ਸੋ ਉਹਨਾਂ ਦੀਆਂ ਜਿਹੜੀਆਂ ਕਹਿ ਲਓ ਕਿ ਸਾਜ਼ਿਸ਼ਾਂ ਸੀਗੀਆਂ ਉਹ ਡਰਾਉਣ ਵਾਲੀਆਂ, ਉਹ ਕਾਮਯਾਬ ਨਹੀਂ ਹੋਈਆਂ। ਇਹਨਾਂ ਚੀਜ਼ਾਂ ਨੇ ਸਾਡੇ ਵਿੱਚ ਹੋਰ ਹੌਸਲਾ ਬੁਲੰਦ ਕੀਤਾ ਆ ਸਾਡਾ, ਕਿਉਂਕਿ ਜੇ ਇਹ ਸਾਡੇ ਚੋਂ ਕਿਸੇ ਇੱਕ ਨੂੰ ਮਾਰਨ ਦੀ ਕੋਸ਼ਿਸ਼ ਕਰਨਗੇ ਤਾਂ ਹਜ਼ਾਰਾਂ ਹੋਰ ਅੱਗੇ ਖੜੇ ਹੋ ਜਾਣਗੇ। ਸਾਡਾ ਇਹ ਜਜ਼ਬਾ ਆ ਤੇ ਅਸੀਂ ਨੌਦੀਪ ਦੀ ਹੱਕ ਦੇ ਵਿੱਚ ਅੱਜ ਸਟੇਜ ਤੋਂ ਵੀ ਨਾਅਰੇ ਲਾਏ ਨੇ ਤੇ ਪੂਰੀ ਆਵਾਜ਼ ਬੁਲੰਦ ਕੀਤੀ। ਅਸੀਂ ਉਹਦੇ ਨਾਮ ਦੀ ਪੂਰੀ ਲਹਿਰ ਬਣਾਉਣੀ ਆ ਤਾਂ ਕਿ ਇਹ ਜ਼ਾਲਮ ਸਰਕਾਰ ਨੂੰ ਪਤਾ ਲੱਗ ਸਕੇ। ਦੂਜੀ ਗੱਲ ਇਹ ਵੀ ਆ ਕਿ ਸਾਡੀ ਜਿਹੜੀ ਮੰਗ ਹੈਗੀ ਆ, ਉਹ ਕਿਸਾਨ ਆਗੂ ਵੀ ਸਾਡੇ ਨਾਲ ਨੇ, ਉਹਨਾਂ ਨਾਲ ਵੀ ਗੱਲਬਾਤ ਹੋਈ ਆ। ਸੰਯੁਕਤ ਮੋਰਚਾ ਇਹਦੀ ਆਵਾਜ਼ ਚੱਕੇਗਾ। ਉਹਨਾਂ ਨੇ ਕਹਿ ਦਿੱਤਾ ਆ ਕਿ ਜਿਨ੍ਹਾਂ ਨੇ ਉਸ ਬੱਚੀ ਦੇ ਨਾਲ ਇੰਨਾ ਗਲਤ ਕੀਤਾ, ਛੋਟੀ ਭੈਣ ਦੇ ਨਾਲ ਇੰਨਾ ਗਲਤ ਕੀਤਾ, ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਬਣਦੀ ਆ। ਸੋ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਉਸ ਬੱਚੀ ਨੂੰ ਇਨਸਾਫ ਦਿਵਾਉਣ ਦੇ ਲਈ ਕੀ ਕੁਝ ਕਰਨ ਦੀ ਲੋੜ ਹੈਗੀ ਹੈ? ਉਸ ਬੱਚੀ ਨੂੰ ਇਨਸਾਫ ਦਿਵਾਉਣ ਦੀ ਖਾਤਰ ਜੋ ਕੋਰਟ ਦਾ ਪ੍ਰੋਸੀਜਰ ਹੈਗਾ ਆ, ਦੇਖੋ ਸਾਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਉੱਤੇ ਤਾਂ ਯਕੀਨ ਹੈਗਾ ਆ, ਉਹ ਤਾਂ ਹੱਕ ਦੇ ਵਿੱਚ ਆਵਾਜ਼ ਸਾਡੇ ਮਤਲਬ ਚੀਮਾ ਸਾਹਿਬ ਆ, ਟੌਪ ਮੋਸਟ ਲਾਇਰ ਨੇ ਜਿਹੜੇ ਇਸ ਕੇਸ ਨੂੰ ਡੀਲ ਕਰ ਰਹੇ ਨੇ। ਬਾਕੀ ਜਿਹੜੇ ਸਾਡੇ ਹਿਊਮਨ ਰਾਈਟਸ ਦੇ ਲਾਇਰਸ ਨੇ ਤੇ ਜਿਹੜੇ ਸੰਯੁਕਤ ਮੋਰਚੇ ਦੇ 150 ਵਕੀਲਾਂ ਦੀ ਟੀਮ ਆ, ਉਹ ਵੀ ਉਹਨਾਂ ਦੇ ਨਾਲ ਐਸੋਸੀਏਟ ਕਰ ਰਹੀ ਆ। ਉਹਦੀ
ਅਸੀਂ ਇੱਕ ਕੈਂਪੇਨ ਚਲਾਉਣੀ ਆ ਨਵਦੀਪ ਕੌਰ ਦੇ ਨਾਂ ਦੇ ਉੱਤੇ, ਤਾਂ ਕਿ ਜਿਹੜੀ ਆ ਪੂਰੀ ਦੁਨੀਆ ਤੱਕ ਇਹਦੀ ਜਿਹੜੀ ਹੈਗੀ ਆ ਆਵਾਜ਼ ਜਾਵੇ। ਤੇ ਇਹ ਜਿਹੜੀ ਬੋਲੀ ਸਰਕਾਰ ਆ, ਇਹ ਜਿਹੜੀ ਮਨੂਵਾਦੀ ਸਰਕਾਰ ਆ, ਜਿਹਨੂੰ ਲੱਗਦਾ ਆ ਕਿ ਜਿਹੜੀਆਂ ਕੁੜੀਆਂ ਨੇ ਉਹ ਕਮਜ਼ੋਰ ਹੁੰਦੀਆਂ ਨੇ, ਜਾਂ ਜਿਹੜਾ ਇਹਨਾਂ ਨੇ ਉਹਦੇ ਨਾਲ ਨਵਦੀਪ ਨਾਲ ਕੀਤਾ ਕਿ ਹਾਂਜੀ ਔਰਤ ਆ ਤਾਂ ਉਹਦਾ ਜਿਨਸੀ ਸ਼ੋਸ਼ਣ ਕਰ ਲੋ ਜਾਂ ਉਹਨੂੰ ਇਦਾਂ ਦਬਾ ਲਿਆ ਜਾਊਗਾ, ਤਾਂ ਅਸੀਂ ਉਹਨਾਂ ਨੂੰ ਦੱਸ ਦੇਣਾ ਚਾਹੁੰਦੇ ਆ ਅਸੀਂ ਤੁਹਾਡੇ ਵਰਗਿਆਂ ਤੋਂ ਨਾ ਡਰੇ ਸੀ, ਨਾ ਡਰੇ ਹਾਂ ਤੇ ਨਾ ਕਦੇ ਡਰਾਂਗੇ। ਤੇ ਅਸੀਂ ਨਵਦੀਪ ਦੇ ਹੱਕ ਦੇ ਵਿੱਚ ਆਵਾਜ਼ ਪਹਿਲਾਂ ਵੀ ਬੁਲੰਦ ਕੀਤੀ ਆ ਤੇ ਉਹਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਹੋਰ ਕਰਾਂਗੇ, ਤਾਂ ਕਿ ਸਾਡੀ ਨਵਦੀਪ ਨੂੰ ਇਨਸਾਫ ਵੀ ਮਿਲੇ ਤੇ ਜਿਹੜੇ ਉਹਦੇ ਮੁਜਰਮ ਨੇ ਉਹਨਾਂ ਨੂੰ ਸਜ਼ਾ ਵੀ ਮਿਲੇ। ਨਵਦੀਪ ਕੀ ਵੱਡਾ ਕਾਰਨ ਮੰਨਦੇ ਹੋ 12 ਜਨਵਰੀ ਨੂੰ ਉਹਨਾਂ ਨੂੰ ਚੁੱਕਿਆ ਜਾਂਦਾ ਹੈ ਤੇ ਅੱਜ ਹੁਣ ਫਰਵਰੀ ਹੋ ਚੁੱਕਿਆ ਨਾ, ਤੇ ਇੰਨੇ ਦਿਨ ਕਿਉਂ ਗੈਪ ਪੈ ਗਿਆ? ਪਹਿਲਾਂ ਆਵਾਜ਼ ਕਿਉਂ ਨਹੀਂ ਬੁਲੰਦ ਹੋਈ? ਕਿੱਥੇ ਡਿਲੇ ਰਹਿ ਗਿਆ? ਨਹੀਂ ਵੀਰੇ, ਇਹ ਗੱਲ ਨਹੀਂ ਕਿ ਆਵਾਜ਼ ਨਹੀਂ ਚੱਲੀ ਹੈਗੀ। ਨਵਦੀਪ ਦੇ ਹੱਕ ਦੇ ਵਿੱਚ ਆਵਾਜ਼ 26 ਤਰੀਕ ਤੋਂ ਪਹਿਲਾਂ ਦੀ ਹੋਈ ਚੱਲ ਰਹੀ ਸੀਗੀ, ਪਰ ਗੱਲ ਹੁੰਦੀ ਹੈ ਨਾ ਕਿ ਇਹ ਜਦੋਂ ਅੰਦੋਲਨ ਕਿਸੇ ਇੱਕ ਪਾਸੇ ਚੱਲਦਾ ਆ ਹਨਾ, 26 ਤਰੀਕ ਤੋਂ ਪਹਿਲਾਂ ਰੂਟਾਂ ਦੇ ਰੌਲੇ ਪੈਣ ਲੱਗ ਗਏ, ਉਦੋਂ ਬਾਅਦ ਵਿੱਚ ਲਾਲ ਕਿਲੇ ਵਾਲਾ ਰੌਲਾ ਪੈਣ ਲੱਗ ਗਿਆ, ਠੀਕ ਆ, ਲਾਪਤਾ ਨੂੰ ਬਾਕੀਆਂ ਨੂੰ ਵੀ ਲੱਭ ਰਹੇ ਸੀ, ਤਾਂ ਉਸ ਰੌਲੇ ਦੇ ਵਿੱਚ ਕਈ ਵਾਰ ਇੱਕ ਜਿਹੜੀ ਨਿੱਕੀ ਜੀ ਆਵਾਜ਼ ਹੁੰਦੀ ਉਹ ਦੱਬ ਕੇ ਰਹਿ ਜਾਂਦੀ ਆ। ਇਹ ਨਹੀਂ ਕਿ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ਾਂ ਨਹੀਂ ਬੁਲੰਦ ਹੋਈਆਂ, ਪਹਿਲਾਂ ਵੀ ਮੀਟਿੰਗਾਂ ਬੁਲਾਈਆਂ ਗਈਆਂ ਨੇ, 25 ਤੋਂ ਪਹਿਲਾਂ ਦੀਆਂ ਮੀਟਿੰਗਾਂ ਵੀ ਬੁਲਾਈਆਂ ਗਈਆਂ ਨੇ। ਹੁਣ ਜਦੋਂ ਇੰਟਰਨੈਸ਼ਨਲ ਜਿਹੜਾ ਮੀਡੀਆ ਆ ਜਾਂ ਇਹ ਕਹਿ ਲਓ ਇੰਟਰਨੈਸ਼ਨਲ ਸੈਲੀਬ੍ਰਿਟੀਜ਼ ਨੇ ਜਿਹੜੀਆਂ, ਉਹਨਾਂ ਨੇ ਜਦੋਂ ਨਵਦੀਪ ਦੇ ਹੱਕ ਦੇ ਵਿੱਚ ਟਵੀਟ ਕੀਤਾ, ਉਦੋਂ ਬਾਅਦ ਵਿੱਚ ਇਹ ਜਿਹੜੀ ਕਹਿ ਲਓ ਕਿ ਮੁਹਿੰਮ ਆ ਜਾਂ ਜਿਹੜੀ ਉਹਦੇ ਹੱਕ ਦੀ ਕੈਂਪੇਨ ਆ ਉਹ ਤੇਜ਼ੀ ਫੜ ਗਈ ਆ। ਐਜ਼ ਅ ਐਡਵੋਕੇਟ ਤੁਸੀਂ ਸਿਮਰਨਜੀਤ ਕੌਰ ਗਿੱਲ ਦੀ ਗੱਲ ਕਰੀਏ ਤਾਂ ਇਸ ਲੜਕੀ ਨੂੰ ਇਨਸਾਫ ਦਿਵਾਉਣ ਲਈ ਤੁਸੀਂ ਕਿਸ ਹੱਦ ਤੱਕ ਜਾਓਗੇ? ਨਹੀਂ, ਮੈਂ ਬਿਲਕੁਲ ਜਿਸ ਹੱਦ ਤੱਕ ਜਾਣਾ ਪਊਗਾ ਨਾਲ ਜਾਵਾਂਗੇ। ਸਾਡੇ ਏਡੇ ਸੀਨੀਅਰ ਵਕੀਲ ਉਸ ਚੀਜ਼ ਲਈ ਲੱਗੇ ਹੋਏ ਆ, ਅਸੀਂ ਸਰ ਦੇ ਨਾਲ ਆ। ਸਾਨੂੰ ਜੋ ਕੁਝ ਵੀ ਉਹਦੇ ਲਈ ਕਰਨਾ ਪਊਗਾ, ਜੋ ਕੁਝ ਵੀ ਮਤਲਬ ਜੋ ਕੁਝ ਵੀ, ਅਸੀਂ ਉਹਦੇ ਲਈ ਤਿਆਰ ਆ। ਅਸੀਂ ਉਹਦੇ ਲਈ ਜੇ ਸਾਨੂੰ ਧਰਨਿਆਂ ਤੇ ਬਹਿਣਾ ਪਊਗਾ ਅਲੱਗ, ਅਸੀਂ ਉਸ ਚੀਜ਼ ਲਈ ਵੀ ਤਿਆਰ ਆ। ਜੇ ਸਾਨੂੰ ਕੋਰਟਾਂ ਕਚਹਿਰੀਆਂ 'ਚ ਲੜਨਾ ਪਊਗਾ ਉਸ ਚੀਜ਼ ਲਈ ਤਾਂ ਆਲਰੇਡੀ ਲੜ ਹੀ ਰਹੇ ਆ। ਤੇ ਜੇ ਸਾਨੂੰ ਇਹਦੀ ਖਾਤਰ ਜਾਨਾਂ ਵੀ ਕੁਰਬਾਨ ਕਰਨੀਆਂ ਪੈਣਗੀਆਂ, ਜੇਲ੍ਹਾਂ ਵੀ ਭਰਨੀਆਂ ਪੈਣਗੀਆਂ, ਤਾਂ ਅਸੀਂ ਉਹਦੇ ਲਈ ਵੀ ਤਿਆਰ ਆ। ਮਾਤਾ ਜੀ ਤੁਸੀਂ ਕੀ ਕਹੋਗੇ? ਇੱਕ ਬੱਚੀ ਨਵਦੀਪ ਨੂੰ ਪੁਲਿਸ ਨੇ ਹਿਰਾਸਤ 'ਚ ਰੱਖਿਆ ਹੋਇਆ ਹੈ, ਬਹੁਤ ਸਾਰੀ ਬੱਚੀਆਂ ਇੱਥੇ ਹੋਰ ਆਈਆਂ ਹੋਈਆਂ ਨੇ, ਕੀ ਪ੍ਰਭਾਵ ਜਾਂਦਾ ਹੈ ਇਸ ਗ੍ਰਿਫਤਾਰੀ ਨਾਲ? ਨਹੀਂ, ਅਸੀਂ ਇਹ ਚਾਹੁੰਦੇ ਨਹੀਂ। ਅਸੀਂ ਜਿੰਨਾ ਚਿਰ ਸਾਡੇ ਹੋਏ ਨਾ ਉਹਨਾਂ ਚਿਰ ਸਾਰੇ ਵਕੀਲ ਕੀ ਸਾਰੇ ਅਸੀਂ ਲੋਕ ਉਹਨਾਂ ਦੇ ਨਾਲ ਆ। ਜਿੰਨਾ ਚਿਰ ਉਹਨਾਂ ਨੂੰ ਨਹੀਂ ਉਹ ਕਰਨਗੇ ਅਸੀਂ ਬਿਲਕੁਲ ਵੀ ਉਹ ਪਿੱਛੇ ਨਹੀਂ ਹਟਾਂਗੇ। ਤੁਸੀਂ ਕੀ ਕਹੋਗੇ? ਇੱਕ ਬੱਚੀ ਨੂੰ ਪੁਲਿਸ ਨੇ ਤਸ਼ੱਦਦ ਆਇਆ ਜਾ ਰਿਹਾ ਜੇਲ੍ਹ ਦੇ ਅੰਦਰ, ਉਸ ਬਾਰੇ ਕਿਵੇਂ ਉਹਨਾਂ ਨੂੰ ਰਿਹਾ ਕਰਵਾ ਸਕਦੇ ਆਪਾਂ? ਅਸੀਂ ਤਾਂ ਇਹੀ ਕਹਾਂਗੇ ਜੀ, ਇਹ ਇੱਕ ਲੋਕਤੰਤਰਤਾ ਨਹੀਂ ਹੈ, ਇਹ ਤਾਂ ਉਹਨਾਂ ਦੇ ਜ਼ੁਲਮ ਕਰਨ ਵਾਲਾ ਰਾਜ ਹੈ, ਜਿਹੜੇ ਬੱਚਿਆਂ ਦੇ ਉੱਤੇ ਵੀ ਤਰਸ ਨਹੀਂ ਕਰਦੇ। ਇੱਕ ਕਾਹਿਰ ਤੋਂ ਕਾਹਿਰ ਆਦਮੀ ਵੀ ਜੋ ਹੈ ਨਾ, ਜਦੋਂ ਉਹ ਕਿਸੇ ਔਰਤ ਨੂੰ ਦੇਖ ਲੈਂਦਾ ਤਾਂ ਉਹਦਾ ਸਿਰ ਨੀਵਾਂ ਹੁੰਦਾ ਹੈ। ਇਹ ਕਿਹੋ ਜਿਹੀ ਜ਼ਾਲਮ ਸਰਕਾਰ ਹੈ ਜਿਸ ਨੂੰ ਕਿਸੇ ਲੜਕੀ ਤੇ ਵੀ ਤਰਸ ਨਹੀਂ ਆਇਆ। ਇਸ ਤੋਂ ਗੰਦੀ ਸਰਕਾਰ ਕੀ ਹੋ ਸਕਦੀ ਹੈ? ਅਸੀਂ ਤਾਂ ਇਹਨਾਂ ਨੂੰ ਲਾਹਨਤਾ ਪਾਵਾਂਗੇ ਕਿ ਜਿਹੜੇ ਲੇਡੀਜ਼ ਦੇ ਉੱਪਰ ਜ਼ੁਲਮ ਕਰਦਾ ਹੈ। ਅੱਜ ਵੀ ਦੇਖੋ ਸਾਡੇ ਇੱਥੇ ਮੋਰਚਾ ਲੱਗਾ ਹੋਇਆ ਹੈ, ਅਸੀਂ ਲੇਡੀਜ਼ ਦੀ ਇੰਨੀ ਰਿਸਪੈਕਟ ਹੈ ਕਿ ਅਸੀਂ ਜਿੱਥੋਂ ਵੀ ਲੰਘ ਜਾਈਏ ਸਾਨੂੰ ਕਹਿਣਗੇ ਮਾਤਾ ਜੀ ਤੁਸੀਂ ਇੱਧਰੋਂ ਲੰਘੋ। ਔਰ ਇਹ ਇੱਕ ਐਸੀ ਜ਼ਾਲਮ ਸਰਕਾਰ ਦੇ ਬੰਦੇ ਨੇ, ਇੱਕ ਕੁੱਤੇ ਪੈਦਾ ਕੀਤੇ ਹੋਏ ਨੇ ਜਿਹੜੇ ਇਹੋ ਜਿਹੀਆਂ ਹਰਕਤਾਂ ਕਰਦੇ ਨੇ ਕਿ ਕਿਸੇ ਬੱਚੇ ਨੂੰ, ਕਿਸੇ ਲੇਡੀਜ਼ ਨੂੰ ਇਹ ਭੈੜੀ ਨਿਗਾਹ ਨਾਲ ਦੇਖਦੇ ਨੇ। ਜਿਸ ਤੋਂ ਬਾਅਦ ਅੱਜ ਵਕੀਲ ਵੀ ਆਏ ਨੇ ਸਾਡੇ ਨਾਲ, ਉਹ ਇਹਨਾਂ ਦੇ ਸਾਰੇ ਮਸਲੇ ਪਿੱਛੇ ਅਸੀਂ ਸਾਰੇ ਜਿੰਨੇ ਵੀ ਪੰਜਾਬ ਹਰਿਆਣਾ ਜਿੰਨੇ ਵੀ ਵਕੀਲ ਨੇ ਸਾਰੇ ਇਹਨਾਂ ਦੀ ਮਦਦ ਤੌਰ ਤੇ ਤਿਆਰ ਨੇ। ਤੁਸੀਂ ਮੈਂ ਨਾ ਇੱਕ ਗੱਲ ਕਹਿਣਾ ਚਾਹੁੰਦੀ ਆ, ਦੇਖੋ ਜਿਹੜੀ ਪੁਲਿਸ ਹੁੰਦੀ ਆ, ਪੁਲਿਸ ਦਾ ਫਰਜ਼ ਹੁੰਦਾ ਆ ਕਿ ਉਹ ਜਦੋਂ ਕਿਸੇ ਬੱਚੀ ਦੇ ਨਾਲ ਜਾਂ ਕਿਸੇ ਬੱਚੇ ਦੇ ਨਾਲ ਜਿਨਸੀ ਸ਼ੋਸ਼ਣ ਹੁੰਦਾ ਹੈ, ਕਿਉਂਕਿ ਮੈਂ ਖਾਸ ਤੌਰ ਤੇ ਚਾਈਲਡ ਅਬਿਊਜ਼ ਦੇ ਅਗੇਂਸਟ ਫਾਈਟ ਕਰਦੀ ਆ, ਤਾਂ ਉਹਨਾਂ ਦਾ ਫਰਜ਼ ਹੁੰਦਾ ਆ ਕਿ ਉਹ ਮੁਜਰਮਾਂ ਨੂੰ ਸਜ਼ਾ ਦਿਵਾਵੇ। ਪਰ ਕਹਿੰਦੇ ਜਦੋਂ ਬਾੜੀ ਖੇਤ ਨੂੰ ਖਾਣ ਲੱਗ ਜੇ ਤਾਂ ਫਿਰ ਕਿਹਦੇ ਕੋਲ ਜਾਈਏ? ਉਹਨਾਂ ਨੇ 14 ਦਿਨ ਦਾ ਪੁਲਿਸ ਰਿਮਾਂਡ ਲਿਆ, ਉਸ ਬੱਚੀ ਨੂੰ 14 ਦਿਨਾਂ ਤੱਕ ਲਗਾਤਾਰ ਜਿਹੜਾ ਹੈਗਾ ਆ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਬਣਾਇਆ। ਹੁਣ ਉਹਨਾਂ ਦੇ ਨਾਲ ਕੀ ਹੋਣਾ ਚਾਹੀਦਾ ਆ ਇਹ ਤੁਸੀਂ ਆਪ ਦੇਖ ਲਓ। ਮੇਰੇ ਅਕੋਰਡਿੰਗ ਤਾਂ ਮੈਂ ਸੱਚੀ ਕਹਾਂਗਾ, ਮੈਨੂੰ ਇੰਨਾ ਕੁ ਗੁੱਸਾ ਆ, ਮੇਰੇ ਸਾਹਮਣੇ ਆ ਜਾਣ ਤਾਂ ਮੈਂ ਉਹਨਾਂ ਨੂੰ ਚੌਂਕ 'ਚ ਖੜ ਕੇ ਅੱਗ ਲਾ ਦਾਂ ਤੇ ਮੇਰੇ ਹੱਥ ਨਹੀਂ ਕੰਬਣਗੇ ਇਹੋ ਜਿਹੇ ਲੋਕਾਂ ਨੂੰ ਗੋਲੀ ਮਾਰਦੇ ਜਿਨ੍ਹਾਂ ਨੇ ਉਹਨੂੰ ਕਸਟਡੀ ਦੇ ਵਿੱਚ ਮਲੈਸਟ ਕੀਤਾ ਹੈ, ਜਿਨ੍ਹਾਂ ਨੇ ਕਸਟਡੀ ਦੇ ਵਿੱਚ ਉਹਦੇ ਨਾਲ ਇਹ ਕੁਝ ਕੀਤਾ ਆ। ਕਿਉਂਕਿ ਪੁਲਿਸ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਉਹ ਕ੍ਰਾਈਮ ਨੂੰ ਰੋਕੇ। ਜਦੋਂ ਕ੍ਰਾਈਮ ਹੀ ਪੁਲਿਸ ਕਰੂਗੀ ਤਾਂ ਉਹ ਇਦੋਂ ਹਿਨਰਸ ਤੋਂ ਹਿਨਰਸ ਕ੍ਰਾਈਮ ਬਣ ਜਾਂਦਾ ਤੇ ਉਹ ਰੇਅਰੈਸਟ ਆਫ ਰੇਅਰ ਕੇਸ ਦੇ ਵਿੱਚ ਆਉਂਦਾ ਤੇ ਇਹੋ ਜਿਹਿਆਂ ਨੂੰ ਫਾਂਸੀ ਲੱਗਣੀ ਚਾਹੀਦੀ ਆ। ਉਸ ਦਾ ਕਰਾਉਂਦੀ ਉਹ ਹੈ,
ਮੋਦੀ ਸਰਕਾਰ ਕਰਾ ਰਹੀ ਹੈ, ਪੁਲਿਸ ਕਰਾ ਰਹੀ ਹੈ। ਪੁਲਿਸ ਨੂੰ ਇਹ ਨਹੀਂ ਆਉਂਦਾ ਵੀ ਸਾਡੇ ਵੀ ਧੀ ਪੁੱਤ ਹੈਗੇ ਨੇ, ਅਸੀਂ ਇਹਨਾਂ ਦੇ ਮਗਰ ਲੱਗ ਕੇ ਗੁੰਡਿਆਂ ਦੇ ਇਸ ਤਰ੍ਹਾਂ ਦੀ ਕਾਰਵਾਈਆਂ ਕਿਉਂ ਕਰਦੇ ਆ? ਬਿਲਕੁਲ ਨਹੀਂ ਕਰਨੀਆਂ ਚਾਹੀਦੀਆਂ। ਸੋ ਤੁਸੀਂ ਸੁਣਿਆ ਕਿ ਇੱਕ ਬੱਚੀ 23 ਸਾਲ ਦੀ ਨੌਦੀਪ, ਜਿਸ ਨੂੰ ਕੁੰਡਲੀ ਬਾਰਡਰ ਤੋਂ ਹਰਿਆਣਾ ਦੀ ਪੁਲਿਸ ਚੁੱਕਦੀ ਹੈ, ਉਸ ਤੋਂ ਬਾਅਦ ਜੇਲ੍ਹ ਦੇ ਵਿੱਚ ਰੱਖਦੀ ਹੈ, ਉਸ ਦੇ ਉੱਤੇ ਤਸ਼ੱਦਦ ਆਇਆ ਜਾਂਦਾ ਹੈ, ਉਸ ਤੋਂ ਬਾਅਦ ਉਸ ਦੇ ਨਾਲ ਜਿਨਸੀ ਸ਼ੋਸ਼ਣ ਹੁੰਦਾ ਉਸ ਦਾ। ਲੇਕਿਨ ਹੁਣ ਇਸ ਦੇ ਹੱਕ ਦੇ ਵਿੱਚ ਵੱਡੀ ਗਿਣਤੀ ਵਿੱਚ ਜਿਹੜੇ ਵਕੀਲ ਆਵਾਜ਼ ਬੁਲੰਦ ਕਰ ਰਹੇ ਨੇ ਤੇ ਲੇਕਿਨ ਸਵਾਲ ਵੱਡਾ ਇਹੀ ਪੈਦਾ ਹੁੰਦਾ ਹੈ ਕਿ ਆਖਰ ਖਾਕੀ ਨੂੰ ਕਿਉਂ ਬਦਨਾਮ ਕੀਤਾ ਜਾ ਰਿਹਾ ਹੈ? ਕਿਉਂਕਿ 26 ਜਨਵਰੀ ਨੂੰ ਜੋ ਘਟਨਾਕ੍ਰਮ ਹੋਇਆ ਉਸ ਤੋਂ ਬਾਅਦ ਵੀ ਖਾਕੀ ਦੇ ਉੱਤੇ ਸਵਾਲ ਉੱਠੇ, ਜਿਸ ਤਰੀਕੇ ਨਾਲ ਕੁਝ ਪੁਲਿਸ ਵਾਲੇ ਤਿਰੰਗੇ ਦਾ ਅਪਮਾਨ ਕਰਦੇ ਵੀ ਨਜ਼ਰ ਆਏ। ਬੀਜੇਪੀ ਦੀ ਆਗੂਆਂ ਨੇ ਵੀ ਖਾਕੀ ਵਰਦੀ ਪਾਈ ਹੋਈ ਸੀ, ਉਹਨਾਂ ਨੇ ਵੀ ਖਾਕੀ ਦਾ ਅਪਮਾਨ ਕੀਤਾ। ਲੇਕਿਨ ਹੁਣ ਸਿੱਧੇ ਤੌਰ ਤੇ ਪੁਲਿਸ ਵਾਲਿਆਂ ਦੇ ਉੱਤੇ ਵੀ ਸਵਾਲ ਇਹ ਉੱਠੇ ਨੇ ਕਿ ਆਖਰ ਉਹ ਖਾਕੀ ਨੂੰ ਕਿਉਂ ਬਦਨਾਮ ਕਰ ਰਹੇ ਨੇ? ਪੁਲਿਸ ਵਾਲਿਆਂ ਦੀ ਆਪਣੀਆਂ ਵੀ ਮਾਵਾਂ ਤੇ ਧੀਆਂ ਹੁੰਦੀਆਂ ਨੇ। ਜਿਸ ਬੱਚੀ ਨੂੰ 23 ਸਾਲ ਦੀ ਨੌਦੀਪ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ, ਉਸ ਦੇ ਉੱਤੇ ਸੰਗੀਨ ਧਾਰਾਵਾਂ ਲਾਈਆਂ ਗਈਆਂ ਨੇ, ਉਹ ਕਿਉਂ ਲਾਈਆਂ ਗਈਆਂ ਨੇ? ਉਸ ਦੇ ਉੱਤੇ ਤਸ਼ੱਦਦ ਕਿਉਂ ਢਾਇਆ ਜਾ ਰਿਹਾ ਹੈ? ਤੇ ਇਸ ਕਰਕੇ ਹੁਣ ਵੱਡੀ ਗਿਣਤੀ ਵਿੱਚ ਜਿਹੜੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਇਸ ਮੁੱਦੇ ਤੇ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਬਹੁਤ ਸਾਰੇ ਵਕੀਲ ਵੀ ਇਸ ਮੁੱਦੇ ਉੱਤੇ ਆਵਾਜ਼ ਬੁਲੰਦ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਨੂੰ ਧਰਨੇ ਮੁਜ਼ਾਹਰੇ ਕਰਨੇ ਪਏ, ਕਿਸੇ ਹੱਦ ਤੱਕ ਵੀ ਜਾਣਾ ਪਿਆ, ਅਸੀਂ ਜਾਵਾਂਗੇ। ਲੇਕਿਨ ਇਸ ਨਾਲ ਦੇਸ਼ ਭਰ ਦੇ ਵਿੱਚ ਦੇਸ਼ ਦੀ ਬਦਨਾਮੀ ਹੋ ਰਹੀ ਹੈ, ਖਾਸ ਤੌਰ ਤੇ ਮੋਦੀ ਸਰਕਾਰ ਦੀ ਵੀ ਬਦਨਾਮੀ ਹੋ ਰਹੀ ਹੈ ਕਿ ਉਹਨਾਂ ਦੇ ਰਾਜ ਸ਼ਾਸਨ ਦੇ ਵਿੱਚ ਇਹ ਸਭ ਕੁਝ ਹੋ ਰਿਹਾ ਹੈ। ਸਰਕਾਰ ਦੀ ਬਦਨਾਮੀ ਦੇ ਨਾਲ ਨਾਲ ਪੁਲਿਸ ਪ੍ਰਸ਼ਾਸਨ ਦੀ ਵੀ ਬਦਨਾਮੀ ਹੋ ਰਹੀ ਹੈ। ਦੇਖਣਾ ਇਹ ਵੀ ਦਿਲਚਸਪ ਹੋਏਗਾ ਕਿ ਅਜੇ ਦਾਗਾਂ ਨੂੰ ਕਿਵੇਂ ਧੋਵੇਗੀ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਕਿਵੇਂ ਧੋਏਗਾ। ਸਿੰਘੂ ਬਾਰਡਰ ਤੋਂ ਕੈਮਰਾਮੈਨ ਵੇਦ ਰਾਮ ਦੇ ਨਾਲ ਅਮਨ ਮੋਹਨ ਮੋਹਿਆਲ ਦੀ ਰਿਪੋਰਟ, ਹਮਦਰਦ ਟੀਵੀ।